Students, I hope you all are well and good. I'm your Punjabi teacher and today we are going to start our fifth chapter ਮਦਦ। ਸੋ ਬੱਚੇ ਮਦਦ ਕੀ ਹੁੰਦੀ ਹੈ? ਕਿਸੇ ਦੀ ਹੈਲਪ ਕਰਨੀ। ਇਸ ਵਿੱਚ ਤੁਸੀਂ ਜਾਣੋਗੇ ਕਿ ਇੱਕ ਜਿਹੜਾ ਬਹਾਦਰ ਬੱਚਾ ਹੈ ਉਸ ਵਿੱਚ ਕਿੰਨੀ ਬਹਾਦਰੀ ਦੀ ਭਾਵਨਾ ਹੈ ਅਤੇ ਕਿੰਨੀ ਜ਼ਿੰਮੇਵਾਰੀ ਦੀ ਭਾਵਨਾ ਹੈ। ਇਹ ਜਿਹੜਾ ਪਾਠ ਹੈ ਇੱਕ ਬੱਚੇ ਦੀ ਕਹਾਣੀ ਹੈ ਜਿਸ ਦਾ ਨਾਮ ਰਮਣੀਕ ਹੈ ਅਤੇ ਇਸ ਵਿੱਚ ਤੁਸੀਂ ਇਹ ਵੀ ਸਿੱਖੋਗੇ ਕਿ ਮੁਸੀਬਤ ਵਿੱਚ ਅਸੀਂ ਦੂਜਿਆਂ ਦੀ ਮਦਦ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਅਤੇ ਹੁਣ ਮੈਂ ਤੁਹਾਨੂੰ ਰਮਣੀਕ ਦੀ ਕਹਾਣੀ ਦੱਸਣ ਜਾ ਰਹੀ ਹਾਂ ਕਿ ਜਿਹੜਾ ਰਮਣੀਕ ਹੈ ਉਸਦੇ ਸਕੂਲ ਵਿੱਚ ਅੱਜ ਇਨਾਮ ਵੰਡ ਸਮਾਰੋਹ ਸੀ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਜਿਹੜਾ ਸੀਗਾ ਉਹ ਵੀ ਬੱਚੇ ਪੇਸ਼ ਕੀਤਾ ਜਾਣਾ ਸੀ ਅਤੇ ਰਮਣੀਕ ਨੇ ਵੀ ਇੱਕ ਨਾਟਕ ਨਵੀਂ ਸਵੇਰ ਵਿੱਚ ਭਾਗ ਲਿਆ ਹੋਇਆ ਸੀ ਅਤੇ ਰਮਣੀਕ ਜਿਹੜਾ ਸੀਗਾ ਉਹ ਸਕੂਲ ਲਈ ਤਿਆਰ ਹੋ ਰਿਹਾ ਸੀ। ਉਸਨੂੰ ਡਰ ਸੀ ਕਿ ਕਿਤੇ ਮੀਂਹ ਨਾ ਆ ਜਾਵੇ ਕਿਉਂਕਿ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ। ਥੋੜ੍ਹੀ ਦੇਰ ਬਾਅਦ ਮੀਂਹ ਜਿਹੜਾ ਸੀਗਾ ਉਹ ਪੈਣ ਲੱਗ ਪਿਆ, ਬੱਦਲ ਲਸ਼ਕਣ ਲੱਗ ਪਿਆ। ਰਮਣੀਕ ਜਿਹੜਾ ਸੀਗਾ ਉਹ ਫਟਾਫਟ ਸਕੂਲ ਜਾਣ ਲਈ ਰੈਡੀ ਹੋ ਗਿਆ। ਉਸਨੇ ਆਪਣੇ ਸੂਟ ਅਤੇ ਨਾਟਕ ਲਈ ਜਿਹੜੇ ਲੋੜੀਂਦਾ ਸਮਾਨ ਸੀ ਉਹ ਛਤਰੀ ਲੈ ਕੇ ਚੱਲ ਪਿਆ ਅਤੇ ਉਸਨੇ ਰਸਤੇ ਵਿੱਚ ਦੇਖਿਆ ਕਿ ਮੀਂਹ ਥੋੜ੍ਹਾ ਤੇਜ਼ ਹੋ ਗਿਆ ਹੈ। ਉਹ ਜਲਦੀ ਤੁਰਨ ਲੱਗ ਪਿਆ ਪਰ ਉਸਦੇ ਡੈਡੀ ਨੇ ਕਿਹਾ ਕਿ ਮੈਂ ਤੈਨੂੰ ਸਕੂਲ ਛੱਡ ਆਉਂਦਾ ਹਾਂ, ਪਰ ਉਸਨੇ ਮਨਾ ਕਰ ਦਿੱਤਾ। ਉਸਨੇ ਕਿਹਾ ਕਿ ਪਾਪਾ ਮੈਂ ਚਲਾ ਜਾਵਾਂਗੇ, ਤੁਹਾਡੀ ਤਬੀਅਤ ਠੀਕ ਨਹੀਂ ਹੈ, ਤੁਸੀਂ ਆਰਾਮ ਕਰੋ। ਮੀਂਹ ਵਰਨ ਲੱਗ ਪਿਆ। ਜਲਦੀ ਹੀ ਸੜਕ ਉੱਤੇ ਪਾਣੀ ਇਕੱਠਾ ਹੋ ਗਿਆ ਅਤੇ ਚਿੱਕੜ ਵੀ ਹੋ ਗਿਆ। ਰਮਣੀਕ ਹਿੰਮਤ ਕਰਕੇ ਬੱਸ ਅੱਡੇ 'ਤੇ ਪਹੁੰਚ ਗਿਆ। ਬਹੁਤ ਸਾਰੀਆਂ ਉੱਥੇ ਸਵਾਰੀਆਂ ਖੜ੍ਹੀਆਂ ਸਨ ਅਤੇ ਬੱਸ ਦੇ ਆਉਣ ਦਾ ਇੰਤਜ਼ਾਰ ਕਰ ਰਹੀਆਂ ਸਨ। ਉੱਤੋਂ ਮੀਂਹ ਵੀ ਤੇਜ਼ੀ ਨਾਲ ਵਰਨ ਲੱਗ ਪਿਆ। ਕੁਝ ਦੇਰ ਉਡੀਕ ਕਰਨ ਦੇ ਬਾਅਦ ਰਮਣੀਕ ਸਕੂਲ ਦੇ ਜਾਣ ਵਾਲੀ ਜਿਹੜੀ ਉਹਦੀ ਵੈਨ ਸੀਗੀ ਉਹ ਆ ਗਈ। ਉਹ ਫਟਾਫਟ ਬੱਸ ਵਿੱਚ ਭੱਜ ਕੇ ਚੜ੍ਹ ਗਿਆ। ਉਸਨੇ ਬੱਸ ਵਿੱਚ ਇੱਕ ਬਜ਼ੁਰਗ ਔਰਤ ਚੜ੍ਹਦੀ ਵੇਖੀ। ਇਹ ਬੱਚੇ ਬਜ਼ੁਰਗ ਔਰਤ ਹੈ ਜੋ ਕਿ ਉਸਦੀ ਬੱਸ ਵਿੱਚ ਚੜ੍ਹ ਰਹੀ ਸੀ। ਕੰਡਕਟਰ ਦੀ ਸੀਟੀ ਵੱਜ ਗਈ ਅਤੇ ਡਰਾਈਵਰ ਨੇ ਬੱਸ ਚਲਾ ਦਿੱਤੀ। ਬਜ਼ੁਰਗ ਔਰਤ ਜ਼ਮੀਨ 'ਤੇ ਡਿੱਗ ਪਈ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਰੌਲਾ ਪਾ ਦਿੱਤਾ ਕਿ ਬੱਸ ਰੋਕੋ ਰੋਕੋ। ਡਰਾਈਵਰ ਨੇ ਰੌਲਾ ਸੁਣ ਕੇ ਬੱਸ ਰੋਕ ਦਿੱਤੀ। ਬੱਸ ਵਿੱਚੋਂ ਰਮਣੀਕ ਜਿਹੜਾ ਸੀਗਾ 2-3 ਸਵਾਰੀਆਂ ਉਤਰੀਆਂ। ਉਹਨਾਂ ਬਜ਼ੁਰਗ ਔਰਤ ਨੂੰ ਚੁੱਕ ਕੇ ਇੱਕ ਪਾਸੇ ਬਿਠਾ ਦਿੱਤਾ। ਬਾਕੀ ਸਵਾਰੀਆਂ ਬੱਸ ਵਿੱਚ ਚੜ੍ਹ ਗਈਆਂ। ਬੱਸ ਤੁਰ ਪਈ ਪਰ ਰਮਣੀਕ ਦਾ ਜਿਹੜਾ ਮਨ ਸੀ ਉਸ ਬਜ਼ੁਰਗ ਔਰਤ ਨੂੰ ਛੱਡਣ ਨੂੰ ਨਹੀਂ ਸੀ ਕਰ ਰਿਹਾ। ਉਸਨੇ ਬਜ਼ੁਰਗ ਔਰਤ ਦਾ ਹੱਥ ਫੜਿਆ, ਉਹਨੂੰ ਟੂਟੀ ਕੋਲ ਲੈ ਗਿਆ ਅਤੇ ਉਸਨੇ ਚਿੱਕੜ ਨਾਲ ਉਹਦੇ ਲਿਬੜੇ ਹੋਏ ਸਾਰੇ ਕੱਪੜੇ ਸਾਫ਼ ਕੀਤੇ। ਉਸਨੇ ਦੇਖਿਆ ਕਿ ਉਸਦੀਆਂ ਬਾਹਾਂ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ। ਉਹ ਬੱਸ ਅੱਡੇ ਤੋਂ ਬਾਹਰ ਗਿਆ ਅਤੇ ਦਵਾਈਆਂ ਵਾਲੀ ਦੁਕਾਨ ਤੋਂ ਉਸ ਲਈ ਜ਼ਖਮਾਂ 'ਤੇ ਲਾਉਣ ਵਾਲੀ ਦਵਾਈ ਲੈ ਕੇ ਆਇਆ। ਉਸਨੇ ਉਸਦੀ ਦਵਾ ਦਾਰੂ ਕੀਤੀ। ਇਸ ਨੇਕੀ ਲਈ ਉਸ ਬਜ਼ੁਰਗ ਔਰਤ ਨੇ ਉਸਦਾ ਬਹੁਤ ਧੰਨਵਾਦ ਕੀਤਾ। ਰਮਣੀਕ ਨੂੰ ਕਿਸੇ ਦੀ ਮਦਦ ਕਰਕੇ ਬਹੁਤ ਚੰਗਾ ਲੱਗਦਾ ਸੀ। ਉਸਨੂੰ ਅੰਦਰੂਨੀ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਉਹ ਸਕੂਲ ਤੋਂ ਲੇਟ ਹੋਣ ਕਰਕੇ ਡਰ ਵੀ ਰਿਹਾ ਸੀ। ਉਸਨੂੰ ਸਕੂਲੋਂ ਮੰਮੀ ਦੀਆਂ ਝਿੜਕਾਂ ਪੈਣ ਲਈ ਵੀ ਡਰ ਸੀ ਕਿ ਮੰਮੀ ਵੀ ਨਾ ਬੋਲੇ ਅਤੇ ਉੱਪਰੋਂ ਉਸਦੀ ਟੀਚਰ ਸਿੰਮੀ ਮੈਡਮ ਤੋਂ ਵੀ ਝਿੜਕਾਂ ਪੈਣ ਦਾ ਡਰ ਸੀ। ਉਸਦਾ ਨਾਟਕ ਅਤੇ ਪਾਉਣ ਵਾਲਾ ਸੂਟ ਵੀ ਚਿੱਕੜ ਨਾਲ ਖਰਾਬ ਹੋ ਗਿਆ ਸੀ। ਰਮਣੀਕ ਨੇ ਉਸ ਬਜ਼ੁਰਗ ਔਰਤ ਨੂੰ ਇੱਕੋ ਹੀ ਰਸਤੇ ਜਾਣਾ ਸੀ। ਰਮਣੀਕ ਨੇ ਪਹਿਲਾਂ ਉਤਰਨਾ ਸੀ ਅਤੇ ਉਸਦੇ ਬਾਅਦ ਵਿੱਚ ਉਸਨੇ, ਇਸ ਲਈ ਦੋਵੇਂ ਜਿਹੜੇ ਸੀਗੇ ਬੱਚੇ ਇੱਕੋ ਬੱਸ ਵਿੱਚ ਸਵਾਰ ਹੋ ਗਏ। ਥੋੜ੍ਹੀ ਦੇਰ ਬਾਅਦ ਰਮਣੀਕ ਸਕੂਲ ਪਹੁੰਚ ਗਿਆ। ਹੁਣ ਮੈਂ ਤੁਹਾਨੂੰ ਕੁਝ ਪ੍ਰਸ਼ਨ ਪੁੱਛਾਂਗੀ, ਤੁਸੀਂ ਉਸਦੇ ਜਵਾਬ ਦੇਣੇ ਹਨ ਕਿ ਰਮਣੀਕ ਦੇ ਸਕੂਲ ਵਿੱਚ ਕਿਹੜਾ ਸਮਾਰੋਹ ਸੀ। ਦੂਜਾ, ਰਮਣੀਕ ਨੇ ਕਿਸ ਨਾਟਕ ਵਿੱਚ ਭਾਗ ਲਿਆ ਸੀ। ਤੀਜਾ, ਰਮਣੀਕ ਨੇ ਬਜ਼ੁਰਗ ਔਰਤ ਦੀ ਮਦਦ ਕਿਸ ਤਰ੍ਹਾਂ ਕੀਤੀ। ਸੋ ਬੱਚੇ ਅੱਗੇ ਕੀ ਹੋਇਆ ਕਿ ਪਹਿਲਾਂ ਸਿੰਮੀ ਮੈਡਮ ਕੋਲ ਗਿਆ ਉਹ ਜਿਨ੍ਹਾਂ ਨੇ ਨਾਟਕ ਤਿਆਰ ਕਰਵਾਇਆ ਸੀ। ਉਹਨਾਂ ਨੇ ਰਮਣੀਕ ਨੂੰ ਦੇਖਦਿਆਂ ਹੀ ਕਿਹਾ, ਸ਼ੁਕਰ ਹੈ ਜੋ ਤੂੰ ਆ ਗਿਆ, ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਮੈਨੂੰ ਤਾਂ ਘਬਰਾਹਟ ਹੋ ਰਹੀ ਸੀ ਕਿ ਜੇ ਤੂੰ ਨਾ ਆਇਆ ਤਾਂ ਨਾਟਕ ਕਿਵੇਂ ਹੋਵੇਗਾ। ਅੱਛਾ ਹੁਣ ਜਲਦੀ ਜਾ ਕੇ ਤਿਆਰ ਹੋ। ਸਾਰੇ ਕਲਾਕਾਰ ਤਿਆਰ ਹੋ ਚੁੱਕੇ ਹਨ। ਰਮਣੀਕ ਨੇ ਸਿਰ ਨੀਵਾਂ ਕਰਕੇ ਕਿਹਾ, ਮੈਡਮ ਮੇਰੇ ਕੋਲ ਬਦਲਣ ਲਈ ਕੋਈ ਕੱਪੜਾ ਨਹੀਂ ਹੈ, ਮੈਂ ਇਸੇ ਸੂਟ ਵਿੱਚ ਹੀ ਰੋਲ ਕਰਾਂਗਾ। ਮੈਡਮ ਉਸਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਈ। ਉਸਨੇ ਕਿਹਾ ਕਿ ਤੂੰ ਇੰਨਾ ਲਾਪਰਵਾਹ ਹੈ, ਇੱਕ ਤਾਂ ਤੂੰ ਲੇਟ ਆਇਆ ਅਤੇ ਦੂਜੇ ਤੂੰ ਕੱਪੜੇ ਵੀ ਨਹੀਂ ਲੈ ਕੇ ਆਇਆ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਰਮਣੀਕ ਨੇ ਮੈਡਮ ਦੀ ਡਾਂਟ ਸੁਣ ਕੇ ਉਹਨਾਂ ਦੀ ਸਾਰੀ ਗੱਲ ਦੱਸ ਦਿੱਤੀ। ਜਦੋਂ ਮੈਡਮ ਨੇ ਰਮਣੀਕ ਦੀ ਗੱਲ ਸੁਣੀ ਤਾਂ ਉਸਨੇ ਸ਼ਾਬਾਸ਼ ਦਿੰਦਿਆਂ ਕਿਹਾ ਕਿ ਰਮਣੀਕ ਤੂੰ ਉਸ ਬਜ਼ੁਰਗ ਔਰਤ ਦੀ ਦੁੱਖ ਵੇਲੇ ਮਦਦ ਕਰਕੇ ਬਹੁਤ ਨੇਕ ਕੰਮ ਕੀਤਾ ਹੈ। ਆਪਣਾ ਕੰਮ ਛੱਡ ਕੇ ਕਿਸੇ ਦੇ ਮੁਸੀਬਤ ਵਿੱਚ ਕੰਮ ਆਉਣਾ ਬਹੁਤ ਵੱਡੀ ਦਰਿਆ ਦਿਲੀ ਹੁੰਦੀ ਹੈ। ਜਾ ਹੁਣ ਬਾਕੀ ਕਲਾਕਾਰ ਸਾਥੀਆਂ ਨਾਲ ਨਾਟਕ ਦੀ ਤਿਆਰੀ ਕਰ। ਰਮਣੀਕ ਬਹੁਤ ਹੀ ਖੁਸ਼ ਸੀ ਕਿਉਂਕਿ ਮੈਡਮ ਨੇ ਉਸ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਸੀ, ਭਾਵ ਕਿ ਸ਼ਲਾਘਾ ਕੀਤੀ, ਉਸਦੀ ਵਡਿਆਈ ਕੀਤੀ ਸੀ। ਉੱਧਰ ਬੁੱਢੀ ਮਾਤਾ ਜਦੋਂ ਜ਼ਖਮੀ ਹਾਲ ਵਿੱਚ ਘਰ ਪੁੱਜੀ ਤਾਂ ਉਸਨੇ ਨੂੰਹ ਪੁੱਤਰ ਘਬਰਾ ਗਏ। ਉਸਨੇ ਮਾਂ ਨੂੰ ਪਿਆਰ ਨਾਲ ਮੰਜੇ 'ਤੇ ਲਿਟਾਇਆ ਅਤੇ ਹਲਦੀ ਵਾਲਾ ਦੁੱਧ ਪੀਣ ਲਈ ਦਿੱਤਾ।
ਥੋੜ੍ਹੀ ਦੇਰ ਬਾਅਦ ਜਦੋਂ ਮਾਤਾ ਗੱਲਬਾਤ ਕਰਨ ਜੋਗੀ ਹੋਈ ਤਾਂ ਅੱਜ ਪਤਾ ਨਹੀਂ ਕੀ ਹੋਣਾ ਸੀ ਜੇ ਉਹ ਨਾ ਹੁੰਦਾ। ਕੌਣ ਨਾ ਹੁੰਦਾ? ਮਾਤਾ ਦੀ ਤੁਸੀਂ ਕੀ ਬੋਲ ਰਹੇ ਹੋ? ਮਾਤਾ ਦੀ ਨੂੰਹ ਬੋਲੀ। ਉਹੀ ਬੱਚਾ ਜਿਸ ਨੇ ਆਪਣੀ ਪੜ੍ਹਾਈ ਦੀ ਪਰਵਾਹ ਨਾ ਕਰਦਿਆਂ ਮੇਰੀ ਮਦਦ ਕੀਤੀ। ਸਾਰੀ ਬੱਸ ਵਿੱਚੋਂ ਇੱਕ ਉਹੀ ਸੀ ਜਿਸ ਦੇ ਆਸਰੇ ਮੈਂ ਅੱਜ ਪਿੰਡ ਪਹੁੰਚੀ ਹਾਂ। ਮਾਤਾ ਨੇ ਆਪਣੇ ਨਾਲ ਬੀਤੀ ਸਾਰੀ ਗੱਲ ਫਿਰ ਸੁਣਾਈ। ਫਿਰ ਤਾਂ ਮਾਤਾ, ਬਹੁਤ ਨੇਕ ਮੁੰਡਾ ਹੋਵੇਗਾ ਉਹ, ਤੈਨੂੰ ਉਸਨੇ ਆਪਣੇ ਬਾਰੇ ਕੀ ਦੱਸਿਆ? ਮੈਂ ਉਸਨੂੰ ਰਲ ਮਿਲ ਕੇ ਉਸਦਾ ਧੰਨਵਾਦ ਕੀਤਾ ਤੇ ਉਸਦੇ ਕੀਤੇ ਕੰਮ ਬਦਲੇ ਉਸਨੂੰ ਇਨਾਮ ਦੇਣਾ ਚਾਹੁੰਦਾ ਹੈ। ਇਹ ਗੱਲ ਉਸਦੇ ਮਾਤਾ ਦੇ ਮੁੰਡੇ ਨੇ ਕਹੀ ਕਿ ਮੈਂ ਇਸ ਕੰਮ ਦੇ ਬਦਲੇ ਰਮਣੀਕ ਨੂੰ ਇਨਾਮ ਦੇਣਾ ਚਾਹੁੰਦਾ ਹਾਂ। ਬੁੱਢੀ ਮਾਤਾ ਦਾ ਪੁੱਤਰ ਬੋਲਿਆ, ਵੇ ਕਾਕਾ, ਜ਼ਰੂਰ ਕਰ, ਉਸ ਨੂੰ ਇਨਾਮ ਵੀ ਜ਼ਰੂਰ ਦੇਵੀਂ। ਮੈਂ ਉਸਦੇ ਪਿੰਡ ਬਾਰੇ ਤਾਂ ਨਹੀਂ ਜਾਣਦੀ ਹਾਂ, ਪਰ ਉਹ ਪਿਛਲੇ ਪਿੰਡ ਦੇ ਅੱਡੇ 'ਤੇ ਉਤਰਿਆ ਸੀ। ਲੱਗਦਾ ਹੈ ਕਿ ਉਹ ਉੱਥੋਂ ਦੇ ਸਕੂਲ ਵਿੱਚ ਪੜ੍ਹਦਾ ਹੋਵੇਗਾ। ਮਾਤਾ ਨੇ ਵੀ ਪੁੱਤਰ ਨੂੰ ਨੇਕ ਕੰਮ ਦਾ ਬਦਲਾ ਨੇਕੀ ਵਿੱਚ ਹੀ ਦੇਣ ਲਈ ਕਿਹਾ। ਮਾਤਾ ਦਾ ਪੁੱਤਰ ਉਸ ਵੇਲੇ ਰਮਣੀਕ ਸਕੂਲ ਪੁੱਜਾ। ਉਸਨੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਰਮਣੀਕ ਨੂੰ ਬੁਲਾ ਕੇ ਉਸਦਾ ਧੰਨਵਾਦ ਕੀਤਾ। ਉਹ ਉਸ ਨੂੰ ਇਨਾਮ ਦੇਣਾ ਚਾਹੁੰਦਾ ਸੀ, ਪਰ ਰਮਣੀਕ ਨੇ ਇਨਾਮ ਲੈਣ ਤੋਂ ਮਨਾ ਕਰ ਦਿੱਤਾ। ਇਹ ਤਾਂ ਮੇਰਾ ਫਰਜ਼ ਸੀ ਅਤੇ ਅਧਿਆਪਕ ਸਾਨੂੰ ਨੇਕ ਕੰਮ ਕਰਨ ਲਈ ਹੀ ਤਾਂ ਪ੍ਰੇਰਦੇ ਹਨ। ਰਮਣੀਕ ਦੀ ਗੱਲ ਸੁਣ ਕੇ ਪ੍ਰਿੰਸੀਪਲ ਵੀ ਹੈਰਾਨ ਰਹਿ ਗਏ। ਪ੍ਰਿੰਸੀਪਲ ਨੂੰ ਜੈ ਹਿੰਦ ਕਹਿੰਦਾ ਤੇ ਬੱਚੇ ਦੇ ਸਿਰ 'ਤੇ ਪਿਆਰ ਦਿੰਦਾ ਬਾਹਰ ਚਲਾ ਗਿਆ। ਅਗਲੇ ਦਿਨ ਪ੍ਰਿੰਸੀਪਲ ਨੇ ਰਮਣੀਕ ਦਾ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਸਨਮਾਨ ਪਾ ਕੇ ਰਮਣੀਕ ਫੁੱਲਿਆ ਨਹੀਂ ਸੀ ਸਮਾ ਰਿਹਾ। ਸੋ ਹੁਣ ਮੈਂ ਤੁਹਾਨੂੰ ਕੁਝ ਪ੍ਰਸ਼ਨ ਪੁੱਛਾਂਗੀ, ਤੁਸੀਂ ਉਹਨਾਂ ਦੇ ਜਵਾਬ ਦੇਣੇ ਹਨ ਕਿ ਰਮਣੀਕ ਦੇ ਲੇਟ ਹੋਣ ਦਾ ਕੀ ਕਾਰਨ ਸੀ ਅਤੇ ਰਮਣੀਕ ਇੰਨਾ ਖੁਸ਼ ਕਿਉਂ ਸੀ। ਸੋ ਬੱਚੇ, ਇਹ ਸੀ ਆਪਣਾ ਪਾਠ ਰਮਣੀਕ ਮਦਦ। ਬੱਚੇ, ਤੁਹਾਨੂੰ ਇਹੀ ਪਤਾ ਲੱਗ ਹੀ ਗਿਆ ਹੋਵੇਗਾ ਕਿ ਸਾਨੂੰ ਆਪਣਾ ਕੰਮ ਛੱਡ ਕੇ ਅਗਰ ਕੋਈ ਜ਼ਰੂਰਤਮੰਦ ਹੈ ਉਸ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਮਦਦ ਕਰਨ ਨਾਲ ਹੀ ਸਾਡੇ ਗੁਣ ਵੱਧਦੇ ਹਨ। ਜਿਸ ਤਰ੍ਹਾਂ ਕਿ ਰਮਣੀਕ ਨੇ ਬੁੱਢੀ ਔਰਤ ਦੀ ਮਦਦ ਕੀਤੀ ਅਤੇ ਉਸ ਨੂੰ ਪ੍ਰਿੰਸੀਪਲ ਨੇ ਸਨਮਾਨਿਤ ਕੀਤਾ। ਭਰੀ ਸਭਾ ਦੇ ਵਿੱਚ ਉਸੇ ਤਰ੍ਹਾਂ ਹੀ ਸਾਨੂੰ ਵੀ ਨੇਕ ਕੰਮ ਕਰਨੇ ਚਾਹੀਦੇ ਹਨ ਅਤੇ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ। ਸੋ ਬੱਚੇ, ਵੀ ਵਿਲ ਮੀਟ ਇਨ ਦ ਨੈਕਸਟ ਕਲਾਸ। ਥੈਂਕ ਯੂ ਸੋ ਮਚ।